ਵਾਹਿਗੁਰੂ ਵਾਹਿਗੁਰੂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਗੁਰਮਤਿ ਗਿਆਨ ਲਾਈਵ ਵਿੱਚ ਆਪ ਜੀ ਦਾ ਮੁੜ ਕੇ ਸਵਾਗਤ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਆਪ ਜੀ ਨੂੰ ਗੁਰਮਤਿ ਅਨੁਸਾਰ ਜੋ ਵੀ ਆਪ ਜੀ ਦੇ ਮਨਾਂ ਵਿੱਚ ਸਵਾਲ ਹਨ ਗੁਰਮਤਿ ਸੰਬੰਧੀ, ਗੁਰਬਾਣੀ ਸੰਬੰਧੀ, ਉਹਨਾਂ ਦੇ ਜਵਾਬ ਦੇਣਗੇ। ਆਪ ਜੀ ਨੂੰ ਸਨਮਰ ਬੇਨਤੀ ਹੈ ਕਿ ਇਸ ਪ੍ਰੋਗਰਾਮ ਬਾਰੇ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਦੱਸੋ। ਦੁਨੀਆ ਭਰ ਵਿੱਚ ਤੁਸੀਂ ਇਹ ਪ੍ਰੋਗਰਾਮ ਸਾਡੀ ਵੈਬਸਾਈਟ www.timetvindia.com ਉੱਤੇ ਦੇਖ ਸਕਦੇ ਹੋ ਅਤੇ ਇਸ ਤੋਂ ਇਲਾਵਾ ਸਾਊਥ ਈਸਟ ਏਸ਼ੀਆ, ਇੰਡੀਆ, ਇਜਿਪਟ ਤੋਂ ਲੈ ਕੇ ਜਾਪਾਨ ਤੱਕ ਤੁਸੀਂ ਇਨਸੈਟ 4A ਸੈਟੇਲਾਈਟ ਦੇ ਦੁਆਰਾ ਇਹ ਪ੍ਰੋਗਰਾਮ ਆਪਣੇ ਘਰਾਂ ਵਿੱਚ ਬੈਠੇ ਟੀਵੀ ਸੈਟਾਂ ਉੱਤੇ ਵੀ ਦੇਖ ਸਕਦੇ ਹੋ। ਭਾਰਤ ਵਿੱਚ ਏਅਰਟੈਲ ਦੀ ਡਿਸ਼ ਟੀਵੀ ਦੀ ਡਿਸ਼, DTH ਸਰਵਿਸ ਦੀ ਡਿਸ਼, ਸਨ ਡਿਸ਼, ਇਹਨਾਂ ਉੱਤੇ ਵੀ ਇਹ ਪ੍ਰੋਗਰਾਮ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦੇ ਰਾਹੀਂ ਦੇਖ ਸਕਦੇ ਹੋ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਆਪ ਜੀ ਏਸ਼ੀਆ ਸੈਟ 4 ਦੀ ਸੈਟੇਲਾਈਟ ਦੁਆਰਾ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਤੇ ਇਹ ਪ੍ਰੋਗਰਾਮ ਦੇਖ ਸਕਦੇ ਹੋ। ਇਸ ਪ੍ਰੋਗਰਾਮ ਦਾ ਦੁਬਾਰਾ ਟੈਲੀਕਾਸਟ ਹਰ ਸ਼ਨੀਵਾਰ ਰਾਤ ਨੂੰ 12:30 ਵਜੇ ਕੀਤਾ ਜਾਂਦਾ ਹੈ। ਜੇ ਤੁਸੀਂ ਕਿਸੇ ਕਾਰਨ ਦਿਨ ਵੇਲੇ ਇਹ ਪ੍ਰੋਗਰਾਮ ਦੇਖਣ ਤੋਂ ਰਹਿ ਜਾਂਦੇ ਹੋ ਤਾਂ ਰਾਤ ਨੂੰ ਇਹ ਪ੍ਰੋਗਰਾਮ ਦਾ ਦੁਬਾਰਾ ਤੋਂ ਰੀਟੈਲੀਕਾਸਟ ਦੇਖ ਸਕਦੇ ਹੋ। ਇਹ ਪ੍ਰੋਗਰਾਮ ਰਾਤ ਨੂੰ ਇਸ ਸਮੇਂ ਇਸ ਦੁਬਾਰਾ ਦਿਖਾਇਆ ਜਾਂਦਾ ਹੈ ਕਿ ਡਿਫਰੈਂਟ ਟਾਈਮ ਜ਼ੋਨਸ ਹੈ ਡਿਫਰੈਂਟ ਕੰਟਰੀਜ਼ ਦੇ, ਤੇ ਜਿਹੜੇ ਦਰਸ਼ਕ ਜਿਸ ਟਾਈਮ ਜ਼ੋਨ ਵਿੱਚ ਬੈਠਾ ਹੈ ਉਹ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਚਾਹੇ ਤਾਂ ਸਵੇਰ ਨੂੰ 3:30 ਵਜੇ, ਦੁਪਹਿਰ ਨੂੰ 3:30 ਵਜੇ ਜਾਂ ਰਾਤ ਨੂੰ 12:30 ਵਜੇ ਇਸ ਪ੍ਰੋਗਰਾਮ ਨੂੰ ਦੇਖ ਸਕਦਾ ਹੈ। ਅਗਰ ਆਪ ਜੀ ਦੇ ਮਨਾਂ ਵਿੱਚ ਕੋਈ ਵੀ ਗੁਰਬਾਣੀ ਸੰਬੰਧੀ ਜਾਂ ਗੁਰਮਤਿ ਸੰਬੰਧੀ ਸਵਾਲ ਹਨ ਜਾਂ ਸ਼ੰਕੇ ਹਨ ਤਾਂ ਆਪ ਜੀ ਇਸ ਪ੍ਰੋਗਰਾਮ ਵਿੱਚ ਸਾਨੂੰ ਮੈਸੇਜ ਕਰਕੇ ਆਪਣੇ ਸਵਾਲਾਂ ਦਾ ਜਵਾਬ ਲੈ ਸਕਦੇ ਹੋ। ਮੈਸੇਜ ਤੁਸੀਂ ਆਪਣੇ ਮੋਬਾਈਲ ਫੋਨ ਦੇ ਮੈਸੇਜ ਬਾਕਸ ਵਿੱਚ ਜਾਣਾ ਹੈ, ਉੱਤੇ ਜਾ ਕੇ ਤੁਸੀਂ GGL ਟਾਈਪ ਕਰਨਾ ਹੈ। GGL ਸਟੈਂਡਸ ਫॉर ਗੁਰਮਤਿ ਗਿਆਨ ਲਾਈਵ। GGL ਟਾਈਪ ਕਰਕੇ ਸਪੇਸ ਦੇਣੀ ਹੈ। ਸਪੇਸ ਦੇਣ ਤੋਂ ਬਾਅਦ ਆਪਣਾ ਨਾਂ ਟਾਈਪ ਕਰਨਾ ਹੈ, ਆਪਣੇ ਸ਼ਹਿਰ ਦਾ ਨਾਂ ਟਾਈਪ ਕਰਨਾ ਹੈ ਤੇ ਉਸ ਤੋਂ ਬਾਅਦ ਆਪਣਾ ਸਵਾਲ ਟਾਈਪ ਕਰਨਾ ਹੈ। ਇਹ ਸਾਰਾ ਮੈਸੇਜ ਸਾਨੂੰ ਤੁਸੀਂ ਸੈਂਡ ਕਰਨਾ ਹੈ 56767272 ਤੇ। ਆਈ ਰਿਪੀਟ 56767272 ਤੇ ਇੱਥੇ ਸਾਨੂੰ ਸੈਂਡ ਕਰਨਾ ਹੈ। ਅਸੀਂ ਇਸ ਪ੍ਰੋਗਰਾਮ ਦਾ ਵਿੱਚ ਜੋ ਵੀ ਤੁਹਾਡੇ ਸਵਾਲ ਹੋਣਗੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਗਿਆਨੀ ਜੀ ਉਹਦਾ ਜਵਾਬ ਆਪ ਦੇਣਗੇ। ਇਸ ਤੋਂ ਇਲਾਵਾ ਤੁਸੀਂ ਇਹ ਪ੍ਰੋਗਰਾਮ ਵਿੱਚ ਕੋਈ ਸਵਾਲ ਪੁੱਛਣਾ ਹੈਗਾ ਤਾਂ ਇਹ ਪ੍ਰੋਗਰਾਮ ਸਾਡੀ ਵੈਬਸਾਈਟ ਦੇ ਵਿੱਚ ਵੀ ਤੁਸੀਂ ਈਮੇਲ ਕਰਕੇ ਆਪਣਾ ਸਵਾਲ ਭੇਜ ਸਕਦੇ ਹੋ। ਸਾਡੀ ਈਮੇਲ ਦਾ ਐਡਰੈਸ ਹੈ gurmat@timetvindia.com। ਉੱਥੇ ਆਪਣਾ ਸਵਾਲ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਜੇ ਕਿਸੇ ਕਾਰਨ ਅਸੀਂ ਤੁਹਾਡਾ ਇਹ ਪ੍ਰੋਗਰਾਮ ਵਿੱਚ ਸਵਾਲ ਨਹੀਂ ਸ਼ਾਮਿਲ ਕਰ ਸਕਦੇ ਕਿਉਂਕਿ ਕਈ ਵਾਰੀ ਟਾਈਮ ਦੀ ਥੋੜੀ ਕਮੀ ਹੁੰਦੀ ਹੈ ਤਾਂ ਅਗਲੇ ਐਪੀਸੋਡ ਵਿੱਚ ਉਸੇ ਸਵਾਲ ਨੂੰ ਦੁਬਾਰਾ ਤੋਂ ਅਸੀਂ ਪੁੱਛ ਸਕਦੇ ਹਾਂ। ਹੁਣ ਅਸੀਂ ਆਪਣੇ ਇਸ ਸਵਾਲ ਜਵਾਬ ਦਾ ਜੋ ਦੌਰ ਹੈ ਉਹ ਸ਼ੁਰੂ ਕਰਦੇ ਹਾਂ ਤੇ ਸਾਡਾ ਪਹਿਲਾ ਸਵਾਲ ਪੁੱਛਿਆ ਹੈ ਮੋਗਾ ਤੋਂ ਸਰਦਾਰ ਸ਼ਿੰਦਾ ਸਿੰਘ ਜੀ ਨੇ। ਇਹਨਾਂ ਦਾ ਸਵਾਲ ਹੈ ਕਿ ਅਸੀਂ ਕਈ ਵਾਰੀ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਉੱਥੇ ਪਾਠ ਕਰਦੇ ਹਾਂ। ਪਾਠ ਕਰਨ ਤੋਂ ਬਾਅਦ ਭੋਗ ਪੈ ਜਾਂਦਾ ਹੈ। ਭੋਗ ਪੈਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਵਾਰੀ ਹੈ ਉਹ ਲੈ ਕੇ ਕਿਸੇ ਹੋਰ ਦੇ ਘਰ ਅਗਰ ਪਾਠ ਹੋਣਾ ਹੈ ਉੱਥੇ ਪ੍ਰਕਾਸ਼ ਕਰਨ ਲਈ ਲੈ ਕੇ ਜਾ ਸਕਦੇ ਹਾਂ ਜਾਂ ਇਹ ਜ਼ਰੂਰੀ ਹੈ ਕਿ ਪਹਿਲੇ ਅਸੀਂ ਬਾਬਾ ਜੀ ਦੀ ਸਵਾਰੀ ਗੁਰਦੁਆਰਾ ਸਾਹਿਬ ਲੈ ਕੇ ਜਾਈਏ ਉਸ ਤੋਂ ਬਾਅਦ ਫਿਰ ਕਿਸੇ ਹੋਰ ਦੇ ਘਰ ਅਸੀਂ ਲੈ ਕੇ ਜਾਈਏ? ਇਹ ਇਹਨਾਂ ਦੇ ਮਨ ਸ਼ੰਕਾ ਹੈ। ਗਿਆਨੀ ਜੀ ਤੁਸੀਂ ਇਹਦੇ ਬਾਰੇ ਦੱਸੋ। ਸਰ ਸ਼ਿੰਦਾ ਸਿੰਘ ਜੀ, ਅਸਲੀਅਤ ਇਹ ਹੈ ਕਿ ਜੇ ਤਾਂ ਗੁਰਦੁਆਰਾ ਸਾਹਿਬ ਵਿੱਚ ਹੋਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਹੈਗੇ, ਮਜਬੂਰੀ ਹੈ। ਕਈ ਵਾਰੀ ਐਸਾ ਹੁੰਦਾ ਹੈ ਕਿਉਂਕਿ ਦਾਸ ਸਮੇਂ ਦਾ ਬਹੁਤ ਤਜਰਬਾ ਹੈ ਕਿ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ, ਔਰ ਤੁਹਾਡੇ ਘਰ ਤੋਂ ਕਿਸੇ ਦੂਜੇ ਘਰ ਅੱਗੇ ਅਖੰਡ ਪਾਠ ਸਾਹਿਬ ਰੱਖਣਾ ਹੈ ਜਾਂ ਕੋਈ ਹੋਰ ਐਸਾ ਕਾਰਜ ਹੈ ਜਿਸ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤਾ ਜਾਣਾ ਹੈ ਤਾਂ ਐਸਾ ਕੋਈ ਭਰਮ ਨਹੀਂ ਹੈਗਾ ਵੀ ਪਹਿਲਾਂ ਗੁਰਦੁਆਰੇ ਸਾਹਿਬ ਲੈ ਕੇ ਜਾਓ ਫਿਰ ਘਰ ਲੈ ਕੇ ਜਾਓ, ਐਸਾ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੱਲ ਹੈ ਅਦਬ ਦੀ, ਗੱਲ ਹੈ ਉਹਨਾਂ ਦੇ ਪਾਵਨ ਉਪਦੇਸ਼ਾਂ ਨੂੰ ਸੁਣਨ ਅਤੇ ਮੰਨਣ ਦੀ। ਇਹਨਾਂ ਗੱਲਾਂ ਵਿੱਚ ਭਰਮ ਨਹੀਂ ਕਰਨਾ ਕਿ ਜੀ ਪਹਿਲਾਂ ਗੁਰਦੁਆਰੇ ਲੈ ਕੇ ਜਾਓ ਅਤੇ ਫਿਰ ਉੱਥੇ, ਜੇ ਸਮਾਂ ਹੀ ਇੰਨਾ ਹੈ ਅਤੇ ਗੁਰਦੁਆਰਾ ਸਾਹਿਬ ਦੂਰ ਹੈ, ਅਗਲੇ ਪਾਸੇ ਤੁਸੀਂ ਕੋਈ ਪ੍ਰੋਗਰਾਮ ਉਲੀਕਿਆ ਹੋਇਆ, ਸੰਗਤ ਜੁੜੀ ਹੋਈ ਹੈ, ਤਾਂ ਕੋਈ ਐਸਾ ਭਰਮ ਨਹੀਂ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਅੱਕਦੇ ਹਨ, ਨਾ ਥੱਕਦੇ ਹਨ, ਨਾ ਉਹਨਾਂ ਉੱਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਹੈ। ਇਹੀ ਤਾਂ ਗੁਰਬਾਣੀ ਦੀ ਵਡਿਆਈ ਹੈ। ਸਰੀਰ 'ਤੇ ਅੱਕਦੇ ਵੀ ਹਨ, ਥੱਕਦੇ ਵੀ ਹਨ, ਉਹ ਕਹਿ ਵੀ ਦਿੰਦੇ ਨੇ ਕਿ ਸਾਡੇ ਤੋਂ ਹੋਰ ਜ਼ਿਆਦਾ ਨਹੀਂ ਕੰਮ ਹੁੰਦਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਸ਼ਬਦ ਸਰੂਪ ਉਹ ਕਦੇ ਅੱਕਦੇ ਥੱਕਦੇ ਨਹੀਂ। ਐਸਾ ਭਰਮ ਨਹੀਂ ਕਰਨਾ ਚਾਹੀਦਾ। ਹਾਂ, ਸਮੇਂ ਅਤੇ ਸਥਿਤੀ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ, ਭਰਮ ਦੇ ਅਸਰ ਥੱਲੇ ਨਹੀਂ ਆਉਣਾ ਚਾਹੀਦਾ।
ਗਿਆਨੀ ਜੀ ਅਗਲਾ ਕੁਐਸਚਨ ਹੈ ਜੀ, ਗੁਰਨਾਮ ਸਿੰਘ ਜੀ ਦੁਬਈ ਤੋਂ ਪੁੱਛਦੇ ਨੇ, ਇਹ ਕਹਿੰਦੇ ਨੇ ਕਿ ਮਾਇਆ ਦੇ 3 ਗੁਣ ਹਨ। ਕਈ ਵਾਰੀ ਆਪਣੇ ਗੁਰਬਾਣੀ ਚ ਆਉਂਦਾ ਹੈ ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ 3 ਗੁਣਾਂ ਦਾ ਇਹਨਾਂ ਦਾ ਅਰਥ ਪੁੱਛਣਾ ਚਾਹੁੰਦੇ ਨੇ ਜੀ ਤੁਹਾਡੇ ਤੋਂ। अर्थ तो स्पष्ट है। रजो तो मतलब है राजसी वृत्ति, तमो तो मतलब है तामसी वृत्ति, सतो तो मतलब है सतवादी वृत्ति। इस माया दे 3 नाम कहे जाते हैं, परसू, परसा, परसराम। ये माया अपने रंग बदलती रहती है। ਜਿਹੜੇ ਬੰਦੇ ਇਸ ਮਾਇਆ ਨੂੰ ਰਾਜਸੀ ਤੌਰ ਤੇ ਆਪਣਾ ਜਸ, ਆਪਣੀ ਸੋਭਾ ਵਧਾਉਣ ਵਾਸਤੇ ਵਰਤਦੇ ਨੇ, ਉਹ ਰਜੋ ਬਿਰਤੀ ਵਾਲੇ ਹਨ। ਇੱਕ ਉਹ ਵੀ ਹਨ ਜਿਹੜੇ ਸਤੋ ਬਿਰਤੀ ਦੇ ਧਾਰਨੀ ਹਨ। ਮਾਇਆ ਤੇ ਹੈ, ਪਰ ਉਸ ਮਾਇਆ ਨੂੰ ਪਰਮਾਤਮਾ ਦੀ ਦਿੱਤੀ ਹੋਈ ਜਾਣ ਕੇ ਚੰਗੇ ਪਾਸੇ ਵਰਤਦੇ ਹਨ। ਔਰ ਇੱਕ ਤਮੋ ਬਿਰਤੀ ਵਾਲੇ ਹਨ ਜਿਹੜੇ ਉਸ ਮਾਇਆ ਨਾਲ ਵਿਕਾਰ ਕਰਦੇ ਨੇ, ਭੈੜੇ ਕੰਮਾਂ ਵਿੱਚ ਪਏ ਰਹਿੰਦੇ ਨੇ, ਹਰ ਵੇਲੇ ਸ਼ਰਾਬਾਂ ਹੀ ਪੀਤੀਆਂ। ਇਹ ਮਾਇਆ ਦੇ 3 ਪ੍ਰਭਾਵ ਹਨ, ਔਰ ਇਹਨਾਂ ਪ੍ਰਭਾਵਾਂ ਵਿੱਚ ਸਾਰਾ ਸੰਸਾਰ ਫਸਿਆ ਪਿਆ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ। ਭਰਮ ਦਾ ਸ਼ਿਕਾਰ ਹੋ ਕੇ ਇਹਨਾਂ 3 ਹੀ ਗੁਣਾਂ ਵਿੱਚ ਸੰਸਾਰ ਸੁੱਤਾ। ਪਰ ਜਿਹੜਾ ਗੁਰਮੁਖ ਹੈ ਉਹ ਇਹਨਾਂ 3 ਗੁਣਾਂ ਤੋਂ ਉੱਚਾ ਉੱਠ ਕੇ ਚੌਥੇ ਪਦ ਵਿੱਚ ਰਹਿੰਦਾ, ਭਾਵ ਇਸ ਮਾਇਆ ਦੇ ਪ੍ਰਭਾਵ ਥੱਲੇ ਆਉਂਦਾ ਨਹੀਂ। ਇਹ ਵਿਸ਼ਾ ਬਹੁਤ ਗੁੰਝਲਦਾਰ ਵੀ ਹੈ, ਪਰ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ ਤੇ ਸੌਖਾ ਵੀ ਹੈ। ਉਹ ਆਪਣੇ ਪਾਵਨ ਉਪਦੇਸ਼ ਵਿੱਚ ਸਮਝਾਉਂਦੇ ਨੇ, ਜਿਨ ਕੀਨੇ ਵਸ ਆਪਣੇ 3 ਗੁਣ, ਭਵਨ ਚਤੁਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਇਹ ਜੰਤ ਵਿਚਾਰਾ। ਹੁਣ ਕਈ ਲੋਕ ਇਹ ਗੱਲ ਸੁਣ ਕੇ ਕਹਿੰਦੇ ਜੀ ਫਿਰ ਵਿਚਾਰਾ ਜੰਤ ਤੇ ਕੁਝ ਕਰ ਹੀ ਨਹੀਂ ਸਕਦਾ, ਮਾਇਆ ਤੋਂ ਕਿਵੇਂ ਬਚ ਸਕਦਾ ਹੈ। ਪਾਤਸ਼ਾਹ ਕਹਿੰਦੇ ਨਹੀਂ, ਜੇ ਮੀਂਹ ਪੈਂਦਾ ਹੋਵੇ ਤੁਸੀਂ ਛੱਤ ਥੱਲੇ ਆ ਜਾਓ ਤੇ ਮੀਂਹ ਵਿੱਚ ਭਿੱਜਣੋਂ ਬਚ ਜਾਓਗੇ। ਜੇ ਧੁੱਪ ਹੋਵੇ ਤੁਸੀਂ ਛਤਰੀ ਤਾਣ ਲਓ ਤੇ ਧੁੱਪ ਦੇ ਸੇਕ ਤੋਂ ਬਚ ਜਾਓਗੇ। ਪ੍ਰਭ ਕੀ ਓਟ ਗਹੀ ਤੋ ਛੂਟੋ, ਪ੍ਰਭ ਕੀ ਓਟ ਗਹੀ ਤੋ ਛੂਟੋ, ਸਾਧ ਪ੍ਰਸਾਦ ਹਰ 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 ਗਾਏ, ਬਿਖੇ ਬਿਆਦ ਤਬ ਹੂਟੋ। ਜੇ ਤੁਸੀਂ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਓ, ਔਰ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਗੁਣ ਗਾਓ, ਮਾਇਆ ਤੁਹਾਡੇ ਤੇ ਕੋਈ ਅਸਰ ਨਹੀਂ ਕਰ ਸਕਦੀ। ਗੁਰੂ ਸਾਹਿਬ ਨੇ ਇੱਕ ਬੜਾ ਸੁੰਦਰ ਪ੍ਰਮਾਣ ਦੇ ਕੇ ਸਮਝਾਇਆ। ਕਹਿੰਦੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ, ਨਾਨਕ ਅਜਬ ਡਿਠ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਚੱਕੀ ਦੇ 2 ਪੁੜਾਂ ਨੂੰ ਜੋੜ ਕੇ ਆਟਾ ਪੀਸਿਆ ਜਾਂਦਾ ਹੈ, ਜਿਤਨੇ ਦਾਣੇ ਪੁੜਾਂ ਦੀ ਮਾਰ ਵਿੱਚ ਆ ਜਾਂਦੇ ਨੇ ਸਭ ਆਟਾ ਬਣ ਜਾਂਦੇ ਨੇ, ਪਰ ਕੁਝ ਦਾਣੇ ਐਸੇ ਨੇ ਜਿਹੜੇ ਪੁੜਾਂ ਦੀ ਮਾਰ ਤੋਂ ਬਚ ਗਏ ਨੇ। ਕਿਵੇਂ? ਉਹ ਕਿੱਲੀ ਨਾਲ ਲੱਗ ਗਏ ਨੇ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦੇ ਸਿੱਖ ਨੇ ਇਹਨਾਂ ਮਾਇਆ ਦੇ 3 ਗੁਣਾਂ ਦੇ ਪ੍ਰਭਾਵ ਤੋਂ ਬਚਣ ਲਈ ਹਮੇਸ਼ਾ ਗੁਰੂ ਪਰਮੇਸ਼ਵਰ ਦੀ ਸ਼ਰਨ ਵਿੱਚ ਰਹਿਣਾ। ਜਿਹੜਾ ਉਹਦੀ ਸ਼ਰਨ ਵਿੱਚ ਰਹੇਗਾ, ਪ੍ਰਭ ਕੀ ਓਟ ਗਹੀ ਤੋ ਛੂਟੋ, ਸਾਧ ਪ੍ਰਸਾਦ। ਇੱਥੇ ਸਾਧ ਕਿਸੇ ਭਗਵੇ ਕੱਪੜਿਆਂ ਵਾਲੇ ਦਾ ਜਾਂ ਲੰਬੇ ਚੋੜੇ ਵਾਲੇ ਦਾ ਜ਼ਿਕਰ ਨਹੀਂ, ਗੁਰੂ ਦੀ ਕਿਰਪਾ ਦੇ ਨਾਲ ਹਰ 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 ਗਾਏ, ਜਿਨ੍ਹਾਂ ਨੇ ਪਰਮੇਸ਼ਵਰ ਦੇ ਗੁਣ ਗਾਏ, ਵਿਖੇ ਬਿਆਦ ਤੇ ਹੂਟੋ। ਉਹਨਾਂ ਕੋਲ ਮਾਇਆ ਹੁੰਦਿਆਂ ਵੀ ਉਹਨਾਂ ਤੇ ਮਾਇਆ ਅਸਰ ਨਹੀਂ ਕਰਦੀ, ਉਹ ਮਾਇਆ ਦੇ ਪ੍ਰਭਾਵ ਤੋਂ 3 ਗੁਣਾਂ ਤੋਂ ਬਚੇ ਰਹਿੰਦੇ ਹਨ। ਗਿਆਨੀ ਜੀ ਅਗਲਾ ਕੁਐਸਚਨ ਹੈਗਾ ਜੀ, ਸੁਰਿੰਦਰ ਸਿੰਘ ਜੀ ਪੁੱਛਦੇ ਨੇ ਕਸ਼ਮੀਰ ਤੋਂ। ਇਹਨਾਂ ਦਾ ਸਵਾਲ ਹੈ ਕਿ ਸੋਹਿਲਾ ਸਾਹਿਬ ਜਿਹੜਾ ਕਿ ਅਸੀਂ ਨਿਤਨੇਮ ਵਿੱਚ ਸਭ ਤੋਂ ਅਖੀਰ ਵਿੱਚ ਬਾਣੀ ਪੜ੍ਹਦੇ ਹਾਂ, ਸੋਹਿਲਾ ਸਾਹਿਬ ਪੜ੍ਹਨ ਤੋਂ ਬਾਅਦ ਕੀ ਅਰਦਾਸ ਕਰਨੀ ਜ਼ਰੂਰੀ ਹੈ? ਕਿਉਂਕਿ ਕਈ ਇਹ ਵੀ ਪ੍ਰਥਾ ਹੈ ਕਿ ਸੋਹਿਲਾ ਸਾਹਿਬ ਪੜ੍ਹਨ ਤੋਂ ਬਾਅਦ ਫਿਰ ਸੌਣਾ ਹੀ ਹੈ, ਇਸ ਤੋਂ ਬਾਅਦ ਅਰਦਾਸ ਕਰਨੀ ਜ਼ਰੂਰੀ ਹੈ ਕਿ ਇਸ ਤੋਂ ਬਿਨਾਂ ਵੀ ਕੰਮ ਚਲਾ ਸਕਦੇ ਹਾਂ ਜੀ? ਐਸਾ ਹੈ, ਗੁਰੂ ਪਾਤਸ਼ਾਹ ਨੇ ਤੇ ਪੰਥ ਨੇ ਬੜੀ ਸਾਡੇ ਤੇ ਮਿਹਰ ਕੀਤੀ ਹੈ। ਦੇਖੋ ਰਾਤ ਨੂੰ ਬੰਦਾ ਆਰਾਮ ਕਰਕੇ ਪੂਰਾ ਫਰੈਸ਼ ਹੁੰਦਾ, ਸਵੇਰੇ ਉਸ ਨੂੰ 5 ਬਾਣੀਆਂ ਦਾ ਪਾਠ ਕਰਨ ਵਾਸਤੇ ਕਿਹਾ ਹੈ, ਸੰਗਤ ਵੀ ਜਾਣ ਲਈ ਕਿਹਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੀਕਰ ਉਹ ਆਪਣੀ ਕਿਰਤਕਾਰ ਕਰਕੇ ਆਪਣੀ ਜੌਬ ਕਰਕੇ ਥੱਕ ਜਾਂਦਾ। ਮਹਾਰਾਜ ਨੇ ਸ਼ਾਮ ਨੂੰ ਸਿਰਫ ਸੋਦਾ ਰਹਿਲਾਸ ਦਾ ਪਾਠ ਕਰਨ ਲਈ ਕਿਹਾ ਹੈ। ਔਰ ਰਾਤ ਨੂੰ ਸੌਣ ਲੱਗਿਆ, ਕਿਉਂਕਿ ਬੰਦਾ ਉਸ ਵੇਲੇ ਖੂਬ ਨੀਂਦਰ ਦੀ ਚਾਹਨਾ ਵਿੱਚ ਹੁੰਦਾ, ਤੇ ਮਹਾਰਾਜ ਨੇ ਸਿਰਫ 5 ਸ਼ਬਦ ਸੋਹਲੇ ਤੇ ਰੱਖੇ ਨੇ। ਕਿਸ ਤਰ੍ਹਾਂ ਸਾਡੇ ਨਾਲ ਇਹ ਉਹਨਾਂ ਦੀ ਰਿਆਇਤ ਸਮਝੋ ਵੀ ਉਸ ਵੇਲੇ ਬੰਦਾ ਕੋਈ ਲੰਬੀ ਬਾਣੀ ਨਹੀਂ ਪੜ੍ਹ ਸਕਦਾ,
ਇਸੇ ਤਰ੍ਹਾਂ ਕੋਈ ਲੰਬੀ ਅਰਦਾਸ ਕਰਨ ਦੀ ਗੱਲ ਨਹੀਂ। ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰੋ। ਉਸੇ ਤਰ੍ਹਾਂ ਬਿਸਤਰੇ 'ਚ ਬੈਠਿਆਂ ਸੱਚੇ ਪਾਤਸ਼ਾਹ ਤੇਰੇ ਹੁਕਮ ਵਿੱਚ 4 ਪਹਿਰ ਦਿਨ ਸੁੱਖ ਦਾ ਬਤੀਤ ਹੋਇਆ, ਰਾਤ ਸੁੱਖ ਦੀ ਬਤੀਤ ਕਰਨੀ, ਅੰਮ੍ਰਿਤ ਵੇਲੇ ਉੱਠਣ ਦੀ ਸਮਰੱਥਾ ਬਖਸ਼ਣੀ, ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪਣੇ ਮੰਜੇ ਤੇ ਬਰਾਤ ਜਾਓ ਤੇ ਸਵੇਰੇ ਫਿਰ ਉੱਠਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਸ਼ੁਰੂ ਕਰ ਦਿਓ। ਕੋਈ ਇਸ ਤਰ੍ਹਾਂ ਦੀ ਲੰਬੀ ਅਰਦਾਸ ਕਰਨ ਦੀ ਪ੍ਰਥਾ ਨਹੀਂ ਹੈ। ਗਿਆਨੀ ਜੀ ਅਗਲਾ ਕੁਐਸਚਨ ਪੰਜਾਬ ਤੋਂ ਪੁੱਛਦੇ ਨੇ ਸ਼੍ਰੀ ਰਣਬੀਰ ਸਿੰਘ ਜੀ। ਇਹ ਪੁੱਛਦੇ ਨੇ ਕਿ ਮੂਲ ਮੰਤਰ ਕਿੱਥੋਂ ਤੱਕ ਹੈ, ਕਿਉਂਕਿ ਕਈ ਵਾਰੀ ਗੁਰਪ੍ਰਸਾਦ ਤੇ ਹੀ ਖਤਮ ਕਰ ਦਿੰਦੇ, ਕੁਝ ਵਾਰੀ ਫਿਰ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਇੱਥੇ ਤੱਕ ਮੂਲ ਮੰਤਰ ਪੂਰਾ ਕਿਸ ਡਿਊਰੇਸ਼ਨ ਮਤਲਬ ਦੀ ਟੋਟਲ ਕਿੰਨਾ ਹੈ? ਅਸਲ ਵਿੱਚ ਪੰਥ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਹਦਾ ਨਤੀਜਾ ਹੈ ਕਿ ਪੰਥ ਦੇ ਅੰਦਰ ਇਹ ਦੋਵੇਂ ਮਤਭੇਦ ਚੱਲਦੇ ਹਨ। ਕੋਈ ਸਾਡੀਆਂ ਸੰਪਰਦਾਵਾਂ ਸਾਧੂ ਸੰਤ ਇਸ ਗੱਲ ਤੇ ਬਜਿੱਦ ਹਨ ਕਿ ਜੀ ਹੋਸੀ ਵੀ ਸੱਚ ਤੱਕ ਮੂਲ ਮੰਤਰ, ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੜੀ ਸੁੰਦਰ ਸੇਧ ਮਿਲਦੀ ਹੈ ਕਿ ਇਹ ਹਰ ਰਾਗ ਦੀ ਆਰੰਭਤਾ ਵਿੱਚ ਵੀ ਇਹ ਮੰਗਲਾਚਰਨ ਆਉਂਦਾ ਹੈ ਔਰ ਇਹ ਗੁਰਪ੍ਰਸਾਦ ਤੱਕ ਹੀ ਹੈ। ਇਸ ਤੋਂ ਅੱਗੇ ਜਿਹੜੀ ਗੱਲ ਸਮਝਣ ਵਾਲੀ ਹੈ, ਜੇ ਉਹ ਸਮਝ ਵਿੱਚ ਆ ਜਾਏ, ਕਿਸੇ ਦੇ ਲੜਨਾ ਕਿਸੇ ਨਾਲ ਨਹੀਂ। ਮੈਨੂੰ ਇਸ ਗੱਲ ਤੋਂ ਹਮੇਸ਼ਾ ਸੰਕੋਚ ਹੁੰਦਾ ਹੈ, ਅਲਰਜੀ ਹੁੰਦੀ ਹੈ ਵੀ ਅਸੀਂ ਗੁਰੂ ਦਾ ਬਚਨ ਮੰਨਣ ਵਾਲੇ ਪਾਸੇ ਤੇ ਤੁਰਦੇ ਨਹੀਂ ਤੇ ਲੜਨ ਵਾਸਤੇ ਡਾਂਗੋ ਡਾਂਗੀ ਹੋਣ ਲਈ ਤਿਆਰ ਹੋ ਜਾਂਦੇ ਹਾਂ। ਜਿਹੜਾ ਜਪ ਅੱਖਰ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 3 ਰੂਪਾਂ ਵਿੱਚ ਆਉਂਦਾ ਹੈ। ਇੱਕ ਜਪ ਹੈ ਪੱਪੇ ਨੂੰ ਔਂਕੜ ਵਾਲਾ, ਇੱਕ ਜਪ ਹੈ ਪੱਪਾ ਮੁਕਤਾ, ਇੱਕ ਜਪ ਹੈ ਪੱਪੇ ਨੂੰ ਸਿਆਰੀ ਵਾਲਾ। ਇਹ ਜਿਹੜਾ ਜਪ ਪੱਪੇ ਨੂੰ ਔਂਕੜ ਵਾਲਾ ਹੈ ਇਹ ਨਾਉਨ ਹੈ, ਇੱਕ ਵਚਨ ਹੈ ਔਰ ਇਹ ਬਾਣੀ ਦਾ ਨਾਮ ਹੈ। ਜਿਹੜੇ ਇਸ ਨੂੰ ਜਪੋ ਪੜ੍ਹਦੇ ਨੇ ਉਹ ਵੀ ਗਲਤ ਕਰਦੇ ਨੇ ਔਰ ਜਿੱਥੇ ਜਪਣ ਦੀ ਗੱਲ ਹੈ ਉੱਥੇ ਪੱਪੇ ਨੂੰ ਸਿਆਰੀ ਹੈ, ਜਿਹਦੀ ਅਸੀਂ ਮਿਸਾਲ ਗੁਰਬਾਣੀ ਵਿੱਚੋਂ ਲੈ ਸਕਦੇ ਹਾਂ। ਜਦੋਂ ਜਪ ਦੇ ਪੱਪੇ ਦਾ ਔਂਕੜ ਹਟ ਜਾਏਗਾ ਉਹ ਜਪ ਬਹੁਵਚਨ ਬਣ ਜਾਏਗਾ। ਜਿਵੇਂ ਜਪਜੀ ਸਾਹਿਬ 'ਚ ਅਸੰਖ ਜਪ ਅਸੰਗ ਭਾਉ, ਉੱਥੇ ਜਪ ਦਾ ਪੱਪਾ ਮੁਕਤਾ ਹੈ। ਤੇ ਜਦੋਂ ਜਪਣ ਦੀ ਗੱਲ ਹੈ ਏਕੋ ਜਪ ਏਕੋ ਸਾਲਾ, ਉੱਥੇ ਜਪ ਦੇ ਪੱਪੇ ਨੂੰ ਸਿਆਰੀ ਹੈ। ਇਸ ਲਈ ਬੜਾ ਸਪਸ਼ਟ ਹੈ ਕਿ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ, ਜਪ ਬਾਣੀ ਦਾ ਨਾਮ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਲੋਕ ਹੈ। ਪਰ ਜੇ ਕੋਈ ਜਿੱਦ ਕਰੇ ਕਿ ਮੈਂ ਤੇ ਹੋਸੀ ਵੀ ਸੱਚ ਤੱਕ ਪੜ੍ਹਨਾ ਹੈ ਤੇ ਕੋਈ ਗੱਲ ਨਹੀਂ, ਉਹਨੂੰ ਪੜ੍ਹ ਲੈਣ ਦਿਓ, ਉਹਦੇ ਨਾਲ ਲੜਾਈ ਨਾ ਕਰੋ, ਉਹਦੇ ਨਾਲ ਨਾਰਾਜ਼ ਨਾ ਹੋਵੋ। ਪੜ੍ਹੀ ਤੇ ਉਹਨੇ ਬਾਣੀ ਹੈ, ਪਰ ਇਹ ਗੱਲ ਪ੍ਰਮਾਣਿਕ ਹੈ ਕਿ ਮੂਲ ਮੰਤਰ ਜਿਹੜਾ ਉਹ ਗੁਰਪ੍ਰਸਾਦ ਤੱਕ ਹੈ, ਜਪ ਬਾਣੀ ਦਾ ਨਾਮ ਹੈ ਔਰ ਸ਼ਲੋਕ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਦਾਸ ਦੀ ਤੁਛ ਬੁੱਧੀ ਵਿੱਚ ਜੋ ਸਮਝ ਆਇਆ ਮੈਂ ਕਹਿ ਦਿੱਤਾ, ਇਹਦੇ ਨਾਲ ਕੋਈ ਨਾਰਾਜ਼ ਨਾ ਹੋਵੇ। ਜੇ ਕੋਈ ਭਾਈ ਹੋਸੀ ਵੀ ਸੱਚ ਤੱਕ ਪੜਨ ਤੱਕ ਅੜਿਆ ਤੇ ਮੁਬਾਰਕ ਹੈ। ਚਲੋ ਕੁਝ ਐਕਸਟਰਾ ਹੀ ਪੜ ਰਿਹਾ। ਅੱਛਾ ਗਿਆਨੀ ਜੀ, ਬਿਲਕੁਲ ਇਹਦੇ ਨਾਲ ਦਾ ਕੁਐਸਚਨ ਅੰਮ੍ਰਿਤਪਾਲ ਕੌਰ ਜੀ ਪੁੱਛਦੇ ਨੇ ਪਟਿਆਲੇ ਤੋਂ। ਉਹਨਾਂ ਦਾ ਸੀਗਾ ਕਿ ਜਪ ਤੇ ਜਾਪ ਵਿੱਚ ਕੀ ਫਰਕ ਹੈ? ਕਿ ਜਪਜੀ ਸਾਹਿਬ ਵੀ ਬਾਣੀ ਦਾ ਨਾਂ ਹੈ, ਜਾਪ ਸਾਹਿਬ ਵੀ ਬਾਣੀ ਦਾ ਨਾਂ ਹੈ, ਜਪ ਤੇ ਜਾਪ ਦੇ ਵਿੱਚ ਕੀ ਅੰਤਰ ਹੈ ਦੋਨਾਂ ਸ਼ਬਦਾਂ ਵਿੱਚ? ਅੰਤਰ ਤੇ ਮੈਂ ਕਦੇ ਬਹੁਤਾ ਧਿਆਨ ਵਿੱਚ ਨਹੀਂ ਲਿਆਂਦਾ, ਪਰ ਕੁਝ ਵਿਦਵਾਨਾਂ ਦੇ ਵਿਚਾਰ ਪੜ੍ਹੇ ਹਨ ਕਿ ਜਪ ਜਪਣਾ, ਜਾਪ ਜਪਣ ਕਰਨ ਦੀ ਕਿਰਿਆ, ਐਸਾ ਹੀ ਕੁਝ ਵਿਦਵਾਨਾਂ ਦਾ ਵਿਚਾਰ ਹੈ। ਬਾਕੀ ਜਪ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਮੁੱਢਲੀ ਬਾਣੀ ਹੈ, ਜਿਸ ਵਿੱਚ ਉਹਨਾਂ ਨੇ ਪਰਮੇਸ਼ਵਰ ਦੇ ਗੁਣਾਂ ਦਾ ਵਰਣਨ ਕੀਤਾ ਹੈ, ਜੁਗਤੀਆਂ ਸਮਝਾਈਆਂ ਨੇ। ਜਾਪ ਜਿਹੜਾ ਉਹਦੇ ਵਿੱਚ ਪਰਮਾਤਮਾ ਦੇ ਨਾਮ ਹੀ ਨਾਮ ਹਨ ਔਰ ਉਹ ਕਿਹਦਾ ਜਾਪ ਕਰਨਾ ਹੈ ਉਹਦੀ ਵਿਆਖਿਆ ਕੀਤੀ ਹੈ। ਉਹ ਵਿਆਖਿਆ ਪਹਿਲੇ ਹੀ ਮਹਾਰਾਜ ਨੇ ਛੰਦ ਵਿੱਚ ਕਰ ਦਿੱਤੀ ਹੈ ਕਿ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਗ ਕੋ ਕਹਿ ਨ ਸਕਤ ਕੇ। ਐਸਾ ਕਹਿ ਕੇ ਮਹਾਰਾਜ ਨੇ ਉਹਦਾ ਸਰੂਪ ਦੱਸਤਾ, ਫਿਰ ਅੱਗੇ ਉਹਦੇ ਨਾਮ ਦੱਸ ਦਿੱਤੇ ਤੇ ਨਾਮਾਂ ਨੂੰ ਹੀ ਜਪਣਾ ਹੈ। ਗਿਆਨੀ ਜੀ ਅਗਲਾ ਸਵਾਲ ਪੁੱਛਦੇ ਨੇ ਜੀ ਕਸ਼ਮੀਰ ਸਿੰਘ ਜੀ ਅਬੋਹਰ ਤੋਂ। ਇਹ ਕਹਿੰਦੇ ਨੇ ਕਿ 6ਵੇਂ ਪਾਤਸ਼ਾਹ ਨੇ ਜਦੋਂ ਮੀਰੀ ਪੀਰੀ ਦੀ ਤਲਵਾਰ ਪਹਿਨੀ ਉਸ ਵਕਤ ਜਿਹੜੇ ਬਚਨ ਕਹੇ ਸਨ ਸੇਲੀ ਟੋਪੀ, ਇਹਦਾ ਕੀ ਭਾਵ ਅਰਥ ਹੈ ਸੇਲੀ ਟੋਪੀ ਦਾ? ਅਸਲ ਵਿੱਚ ਸਾਧੂਆਂ ਦੇ ਅੰਦਰ ਇੱਕ ਵਾਲਾਂ ਦੀ
ਮਾਲਾ ਬਣੀ ਹੁੰਦੀ, ਉਹਨੂੰ ਸੇਲੀ ਕਹਿੰਦੇ ਹਨ। ਔਰ ਜਦੋਂ ਕਿਸੇ ਨੂੰ ਆਪਣੀ ਜਗ੍ਹਾ ਤੇ ਬਿਰਾਜਮਾਨ ਕੀਤਾ ਜਾਂਦਾ ਸੀ, ਉਹ ਸੇਲੀ ਟੋਪੀ ਉਸ ਨੂੰ ਦਿੱਤੀ ਜਾਂਦੀ ਸੀ। ਐਸਾ ਪ੍ਰਚਲਿਤ ਹੈ ਸਾਡੇ ਇਤਿਹਾਸ ਵਿੱਚ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਜੀ ਹੁਣ ਸਮਾਂ ਬਦਲ ਗਿਆ, ਹੁਣ ਇਹਨੂੰ ਤੋਸ਼ੇਖਾਨੇ ਵਿੱਚ ਭੇਜੋ। ਅਸੀਂ ਤਾਂ ਪੀਰੀ ਦੇ ਨਾਲ ਮੀਰੀ ਦੀਆਂ 2 ਕਿਰਪਾਨਾਂ ਪਹਿਨੀਆਂ ਨੇ। ਔਰ ਇਸ ਤਰ੍ਹਾਂ ਬਾਬਾ ਜੀ ਨੇ ਉਹਨਾਂ ਨੂੰ ਉਹਨਾਂ ਦੇ ਹੁਕਮ ਤੇ ਇੱਛਾ ਦੇ ਮੁਤਾਬਕ, ਪੀਰੀ ਤੇ ਪਹਿਲਾਂ ਹੀ ਗੁਰੂ ਘਰ ਵਿੱਚ ਹੈ ਸੀ, ਨਾਲ ਮੀਰੀ ਵੀ ਜੋੜ ਦਿੱਤੀ, ਸੰਤ ਨੂੰ ਸਿਪਾਹੀ ਬਣਾ ਦਿੱਤਾ, ਭਗਤ ਨੂੰ ਭਗਤੀ ਦੇ ਨਾਲ ਨਾਲ ਉਹਦੇ ਵਿੱਚ ਸ਼ਕਤੀ ਵੀ ਲੈ ਆਂਦੀ। ਬਿਲਕੁਲ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੀ ਇੱਕੋ ਹੀ ਪੰਕਤੀ ਇਹਨੂੰ ਕਲੀਅਰ ਕਰ ਦਿੰਦੀ ਹੈ। 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਉਹ 5 ਪਿਆਲੇ ਕਿਹੜੇ ਸਨ? ਸਤ, ਸੰਤੋਖ, ਦਇਆ, ਧਰਮ ਆਦਿਕ। ਇਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੀਕਰ ਸਿੱਖ ਸੰਗਤਾਂ ਦੇ ਅੰਦਰ ਇਹ ਦੇਵੀ ਗੁਣ ਪੈਦਾ ਕੀਤੇ। ਪਰ ਜਦੋਂ ਸਮੇਂ ਦੀ ਸਰਕਾਰ ਤੇ ਉਹਨਾਂ ਹਾਕਮਾਂ ਨੇ ਇਸ ਦੀ ਅਹਿਮੀਅਤ ਨੂੰ ਨਾ ਸਮਝ ਕੇ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਤਾ, ਦੇਗ ਵਿੱਚੋਂ ਬਾਲ ਦਿੱਤਾ, ਫਿਰ ਸਮਝ ਗਏ ਕਿ ਹੁਣ ਇਸ ਬੂਟੇ ਦੀ ਰਾਖੀ ਕਰਨ ਲਈ ਇਹਦੇ ਆਲੇ ਦੁਆਲੇ ਵਾੜ ਵੀ ਚਾਹੀਦੀ ਹੈ। ਤੋ ਇਸ ਲਈ ਮਹਾਰਾਜ ਨੇ ਉਹ ਸੇਲੀ ਟੋਪੀ ਵਾਲੀ ਪ੍ਰਥਾ ਦਾ ਭੋਗ ਪਾਇਆ ਤੇ ਪੀਰੀ ਤੇ ਮੀਰੀ ਦੀਆਂ 2 ਕਿਰਪਾਨਾਂ ਪਾ ਕੇ ਉਹ ਤਖਤ ਉੱਤੇ ਬੈਠੇ। ਯਾਨੀ ਜੀ ਅਗਲਾ ਕੁਐਸਚਨ ਹਰਜੋਤ ਜੀ ਪੁੱਛਦੇ ਨੇ ਜਲੰਧਰ ਤੋਂ। ਇਹ ਕਹਿੰਦੇ ਜੀ ਕਿ ਰਾਤ ਨੂੰ ਕਿਰਪਾਨ ਉਤਾਰ ਕੇ ਸੋਇਆ ਜਾ ਸਕਦਾ, ਕਿਉਂਕਿ ਅੰਮ੍ਰਿਤਧਾਰੀ ਹੈ, ਕਿਰਪਾਨ ਧਾਰਨ ਕੀਤੀ ਹੈ, ਰਾਤ ਨੂੰ ਕਿਰਪਾਨ ਉਤਾਰ ਸਕਦੇ ਆ ਜਾਂ ਪਾ ਕੇ ਹੀ ਸੌਣੀ ਹੈ? ਦੇਖੋ, ਜਦੋਂ ਤੁਸੀਂ ਅੰਮ੍ਰਿਤਪਾਨ ਕਰਦੇ ਹੋ ਤੁਹਾਨੂੰ 5 ਪਿਆਰੇ ਇਹ ਸਾਰੀਆਂ ਗੱਲਾਂ ਦੱਸਦੇ ਹਨ। ਔਰ ਉਹਦੇ ਵਿੱਚ ਇਹੋ ਹੀ ਕਿਹਾ ਗਿਆ ਹੈ ਕਿ ਇਹਨਾਂ 5 ਕਕਾਰਾਂ ਨੂੰ ਸਦਾ ਅੰਗ ਸੰਗ ਰੱਖਣਾ ਹੈ। ਤੋ ਅੰਗ ਸੰਗ ਰੱਖਣ ਦਾ ਮਤਲਬ ਤੇ ਬੜਾ ਸਪਸ਼ਟ ਹੈ ਕਿ ਉਸ ਦਾ ਤਿਆਗ ਨਹੀਂ ਕਰਨਾ। ਅੱਜ ਤੁਸੀਂ ਲਾ ਕੇ ਰੱਖੋਗੇ, ਫਿਰ ਕਦੇ ਭੁੱਲ ਜਾਓਗੇ, ਫਿਰ ਇਸ ਤਰ੍ਹਾਂ ਢਿੱਲ ਕਰਦਿਆਂ ਕਰਦਿਆਂ ਢਿੱਲੇ ਹੀ ਹੋ ਜਾਓਗੇ। ਇਸ ਵਾਸਤੇ ਯਤਨ ਕਰੋ ਕਿ ਉਸ ਨੂੰ ਖੱਬੇ ਮੋਢੇ ਤੇ ਪਾ ਕੇ ਇੱਕ ਪਾਸੇ ਰੱਖ ਲਓ ਤੇ ਸੌ ਜਾਓ, ਤਿਆਗ ਨਾ ਕਰੋ। ਅਮਰੀਕ ਸਿੰਘ ਜੀ ਮੋਹਾਲੀ ਤੋਂ ਪੁੱਛਦੇ ਨੇ ਜੀ ਕਿ ਜਦੋਂ ਅਸੀਂ ਕਿਸੇ ਦੇ ਅੰਤਿਮ ਭੋਗ ਤੇ ਜਾਂਦੇ ਹੈਗੇ ਹਾਂ, ਕਈ ਵਾਰ ਦੇਖਿਆ ਕਿ ਬਾਬਾ ਜੀ ਸਰੂਪ ਦੇ ਨਾਲ ਜਿਹੜੇ ਪ੍ਰਾਣੀ ਦੇ ਭੋਗ ਤੇ ਅਸੀਂ ਗਏ ਹੈਗੇ ਉਹਦੀ ਫੋਟੋ ਵੀ ਨਾਲ ਰੱਖੀ ਹੁੰਦੀ ਹੈ। ਇਹ ਕਿੱਥੋਂ ਤੱਕ ਉਚਿਤ ਹੈ? ਉਹ ਫੋਟੋ ਉੱਥੇ ਰੱਖਣੀ ਚਾਹੀਦੀ ਹੈ ਜਾਂ ਨਹੀਂ ਰੱਖਣੀ ਚਾਹੀਦੀ? ਗੁਰਮਤਿ ਅਨੁਸਾਰ ਅਸੀਂ ਨਮਸਕਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਦੇ ਹਾਂ, ਨਾ ਕਿ ਫੋਟੋ ਨੂੰ। ਪਰ ਸਾਡੇ ਵਿੱਚ ਕਿਉਂਕਿ ਪ੍ਰਚਾਰ ਦੀ ਕਮੀ ਹੈ, ਔਰ ਪ੍ਰਚਾਰ ਦੀ ਕਮੀ ਕਾਰਨ ਕੁਝ ਤਾਂ ਮੇਰੇ ਵਰਗੇ ਢਿੱਲੜ ਗ੍ਰੰਥੀ ਸਿੰਘੀ ਢਿੱਲ ਕਰ ਜਾਂਦੇ ਨੇ, ਉਹ ਕਹਿੰਦੇ ਨਹੀਂ ਜੁਰਤ ਨਾਲ। ਤੇ ਕਿਉਂਕਿ ਉਸ ਵੇਲੇ ਪਰਿਵਾਰ ਦਾ ਜਿਹੜਾ ਹੁੰਦਾ ਮੂਡ ਉਹ ਬੜਾ ਹੋਰ ਤਰ੍ਹਾਂ ਦਾ ਹੋਇਆ ਹੁੰਦਾ ਹੈ, ਗੁਰਮਤ ਜਾਣਦੇ ਨਹੀਂ, ਉਹਨਾਂ ਨੂੰ ਕਹੋ ਤਾਂ ਉਹ ਇਸ ਗੱਲ ਤੇ ਬੜੇ ਜਿੱਦ। ਪਰ ਸਿੱਖ ਰਹਿਤ ਮਰਿਆਦਾ ਵਿੱਚ ਬੜਾ ਸਪਸ਼ਟ ਲਿਖਿਆ ਹੈ ਕਿ ਉੱਥੇ ਫੋਟੋ ਨਹੀਂ ਰੱਖਣੀ ਚਾਹੀਦੀ। ਹਾਂ, ਜੇ ਜ਼ਰੂਰ ਰੱਖਣੀ ਹੈ ਤੇ ਜਿੱਥੋਂ ਸੰਗਤ ਦੀ ਐਂਟਰਸ ਹੈ ਉੱਥੇ ਸੱਜੇ ਖੱਬੇ ਪਾਸੇ ਇੱਕ ਮੇਜ਼ ਰੱਖ ਕੇ ਉਹਦੇ ਉੱਤੇ ਸਜਾ ਦਿਓ, ਪਤਾ ਲੱਗ ਜਾਏ ਵੀ ਇਹ ਪ੍ਰਾਣੀ ਹੈ ਜਿਹਦੇ ਅਸੀਂ ਭੋਗ ਤੇ ਆਏ ਹਾਂ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਰੱਖਣੀ ਚਾਹੀਦੀ। ਬਾਕੀ ਮਨਮਤ ਹੈ, ਚੱਲ ਰਹੀ ਹੈ। ਜਦੋਂ ਸਾਡੇ ਬੜੇ ਬੜੇ ਲੀਡਰ ਰੱਖ ਲੈਂਦੇ ਨੇ ਤੇ ਫਿਰ ਦੂਜਿਆਂ ਨੂੰ ਕੌਣ ਰੋਕੇ? ਉਹ ਉਰਦੂ ਦਾ ਇੱਕ ਵਿਦਵਾਨ ਕਹਿੰਦਾ, ਰਵਾਂ ਹੋ ਜੋ ਪਾਣੀ ਜੋ ਹੋਤਾ ਰਵਾਂ, ਰਵਾਂ ਹੋ ਜੋ ਪੁਲ ਤੋਂ ਟਿਕਾਣਾ ਕਹਾਂ। ਜਦੋਂ ਸਿੱਖ ਰਹਿਤ ਮਰਿਆਦਾ ਬਣਾਉਣ ਵਾਲੇ, ਉਹਦਾ ਪ੍ਰਚਾਰ ਕਰਨ ਵਾਲੇ ਉਹਦੇ ਤੇ ਪਹਿਰਾ ਨਹੀਂ ਦਿੰਦੇ ਤੇ ਫਿਰ ਆਮ ਬੰਦਿਆਂ ਨੂੰ ਕੌਣ ਸਮਝਾਵੇ? ਇਸ ਪ੍ਰੋਗਰਾਮ ਵਿੱਚ ਗਿਆਨੀ ਜੀ ਨੇ ਗੁਰਮਤ ਤੇ ਗੁਰਬਾਣੀ ਦਾ ਜੋ ਤਤ ਗਿਆਨ ਸਾਨੂੰ ਦੱਸਿਆ ਹੈ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਉਨੀ ਥੋੜੀ ਹੈ। ਗੁਰਬਾਣੀ ਦੇ ਪ੍ਰਚਾਰ ਲਈ ਚੜ੍ਹਦੀ ਕਲਾ ਟਾਈਮ ਟੀਵੀ ਦੇਸ਼ ਪ੍ਰਦੇਸ਼ ਵਿੱਚ ਗੁਰਮੁਖਾਂ ਲਈ ਕਈ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ, ਜਿਵੇਂ ਕਿ ਬੰਗਲਾ ਸਾਹਿਬ ਤੋਂ ਲਾਈਵ ਟੈਲੀਕਾਸਟ ਸਵੇਰੇ ਔਰ ਸ਼ਾਮ ਕੀਤਾ ਜਾਂਦਾ ਹੈ। ਸਿਫਤ ਸਲਾਹ ਹੈ, ਪਲੋ ਪਲੋ ਰੇ ਕੀਰਤਨੀਆਂ, ਇਹ ਪ੍ਰੋਗਰਾਮ ਗੁਰਮਤ ਗਿਆਨ ਲਾਈਵ ਆਦਿਕ, ਇਹ ਸਭ ਸ਼ਾਮਲ ਹਨ। ਤੁਸੀਂ ਵੀ ਇਸ ਸ਼ਲਾਘਾਯੋਗ ਉਦਮ ਵਿੱਚ ਆਪਣੇ ਯੋਗਦਾਨ ਪਾ ਕੇ ਸਾਨੂੰ ਇਸ ਦੀ ਸਪੋਰਟ ਕਰ ਸਕਦੇ ਹੋ, ਸਪਾਂਸਰ ਕਰ ਸਕਦੇ ਹੋ ਪ੍ਰੋਗਰਾਮਾਂ ਨੂੰ, ਜਾਂ ਇਹਨਾਂ ਪ੍ਰੋਗਰਾਮਸ ਦੇ ਵਿੱਚ ਆਪਣੀ ਐਡਸ ਦੇ ਸਕਦੇ ਹੋ। ਸਪਾਂਸਰਸ਼ਿਪ ਵਾਸਤੇ ਤੁਸੀਂ ਸਾਡਾ ਫੋਨ ਨੰਬਰ ਨੋਟ ਕਰ ਲਓ, ਇਹ ਹੈ 9216531303 9216531303। ਇਸ ਤੇ ਸਾਨੂੰ ਸੰਪਰਕ ਕਰ ਸਕਦੇ ਹੋ। ਅਗਲੇ ਸ਼ਨੀਵਾਰ ਫਿਰ ਇਸੇ ਵਕਤ ਆਪ ਜੀ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਤੇ ਇਹ ਪ੍ਰੋਗਰਾਮ ਗੁਰਮਤ ਗਿਆਨ ਲਾਈਵ ਵਿੱਚ ਆਪ ਜੀ ਦੇ ਫਿਰ ਦੁਬਾਰਾ ਰੂਬਰੂ ਹੋਵਾਂਗੇ।
ਬਾਅਦ ਦੁਪਹਿਰ 3:30 ਵਜੇ ਤੁਹਾਨੂੰ ਫਿਰ ਮਿਲਾਂਗੇ। ਤਦ ਤੱਕ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ